ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬਾਰੇ ਦੇ ਵਿੱਚ, ਕਿਉਂਕਿ ਅੱਜ ਵਿਸ਼ਵ ਭਰ ਦੀਆਂ ਸੰਗਤਾਂ ਉਹਨਾਂ ਦਾ ਗੁਰਤਾ ਗੱਦੀ ਦਿਹਾੜਾ ਸ਼ਰਧਾ ਸਤਿਕਾਰ ਦੇ ਨਾਲ ਮਨਾ ਰਹੀਆਂ ਨੇ ਤੇ ਉਹਨਾਂ ਦੇ ਸਮੁੱਚੇ ਜੀਵਨ ਦੇ ਉੱਤੇ ਗੱਲਬਾਤ ਕਰਾਂਗੇ। ਅਤੇ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਵਾਸਤੇ ਮੌਜੂਦ ਨੇ ਗਿਆਨੀ ਅਮਰਿੰਦਰ ਸਿੰਘ ਜੀ। ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਲ ਇਹੀ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਆ ਉਹ ਕਦੋਂ ਤੇ ਕਿੱਥੇ ਹੁੰਦਾ ਹੈ? ਸਭ ਤੋਂ ਪਹਿਲਾਂ ਤਾਂ ਦੇਸ਼ ਤੇ ਵਿਦੇਸ਼ ਦੇ ਵਿੱਚ ਵਸਦੀਆਂ ਹੋਈਆਂ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਕੋਲ ਇੱਕ ਨਗਰ ਹੈ ਜਿਹਨੂੰ ਵਡਾਲੀ ਕਿਹਾ ਗਿਆ ਜੀ। ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਣ ਤੋਂ ਬਾਅਦ ਵਿੱਚ ਇਸ ਨਗਰ ਨੂੰ ਗੁਰੂ ਕੀ ਵਡਾਲੀ ਆ ਕੇ ਸੰਬੋਧਨ ਕੀਤਾ ਜਾਂਦਾ ਹੈ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਜੁਲਾਈ ਦੇ ਮਹੀਨੇ ਵਿੱਚ ਸਨ 1595 ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖ ਤੋਂ ਸਤਿਗੁਰੂ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ ਜੀ ਜੀ। ਭਾਈ ਸਾਹਿਬ ਜੀ, ਗੱਲ ਕਰੀਏ ਤਾਂ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਜਨਮ ਸਮੇਂ, ਕਹਿੰਦੇ ਆ ਕਿ ਬਹੁਤ ਸਾਰੀਆਂ ਸਾਜ਼ਿਸ਼ਾਂ ਜਿਹੜੀਆਂ ਆ ਉਹ ਰਚੀਆਂ ਗਈਆਂ। ਉਹ ਸਾਜ਼ਿਸ਼ਾਂ ਰਚਣ ਦਾ ਕਾਰਨ ਕੀ ਸੀਗਾ ਤੇ ਉਹ ਸਾਜ਼ਿਸ਼ਾਂ ਕਿਉਂ ਰਚੀਆਂ ਗਈਆਂ ਤੇ ਉਹ ਸਾਜ਼ਿਸ਼ਾਂ ਕੀ ਸਨ? ਗੁਰੂ ਰਾਮਦਾਸ ਮਹਾਰਾਜ ਜੀ ਜਿਸ ਦਿਨ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕਰਦੇ ਨੇ ਤੇ ਉਸ ਦਿਨ ਤੋਂ ਹੀ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਜਿਹੜੇ ਸਨ ਉਹ ਦਾਅਵੇਦਾਰ ਬਣਦੇ ਸਨ ਕਿ ਗੁਰਤਾ ਗੱਦੀ ਤੇ ਉੱਤੇ ਮੇਰੀ ਜਿਹੜੀ ਹੈ ਉਹ ਦਾਅਵੇਦਾਰੀ ਬਣਦੀ ਹੈ। ਸੋ ਇਸ ਕਰਕੇ ਉਹ ਇਸ ਪੱਖ ਤੋਂ ਹਮੇਸ਼ਾ ਨਾਰਾਜ਼ ਰਹੇ ਕਿ ਮੈਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਨਹੀਂ ਕੀਤੀ। ਸਮੇਂ ਸਮੇਂ 'ਤੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਸੀ ਉਹ ਸਾਜ਼ਿਸ਼ਾਂ ਕੱਢਦੇ ਰਹੇ, ਜਿਹਦੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਪਰ ਵੀ ਉਹਨਾਂ ਨੇ ਵਾਰ ਕਰਨੇ ਕਈ ਵਾਰੀ ਕੀਤੇ। ਸੁਰਬੀ ਖਾਂ, ਸੁਲਹੀ ਖਾਂ ਇਤਿਆਦਿਕ ਨੂੰ ਉਹਨਾਂ ਨੇ ਰਿਸ਼ਵਤ ਦਿੱਤੀ ਔਰ ਫੌਜ ਚੜ੍ਹਾ ਕਰਕੇ ਜਿਹੜਾ ਸੀ ਉਹ ਸਤਿਗੁਰੂ ਮਹਾਰਾਜ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਜਾਂ ਮਾਰਨ ਵਾਸਤੇ ਉਹ ਯਤਨ ਕਰਦਾ ਰਿਹਾ ਜੀ। ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਹਵਾਲਾ ਵੀ ਦਿੰਦੇ ਨੇ ਕਿ ਜਿਸ ਵੇਲੇ ਸੁਲਹੀ ਖਾਂ ਆਉਂਦਾ ਹੈ ਤੇ ਉਸ ਵੇਲੇ ਸਿੱਖ ਸੰਗਤ ਨੇ ਬੇਨਤੀ ਵੀ ਕੀਤੀ ਸੀ ਕਿ ਸੱਚੇ ਪਾਤਸ਼ਾਹ ਮਹਾਰਾਜ, ਸੁਲਹੀ ਖਾਂ ਜਿਹੜਾ ਹੈ ਉਹ ਬਹੁਤ ਜ਼ਾਲਮ ਹੈ ਤੇ ਫੌਜ ਲੈ ਕੇ ਆਉਂਦਾ ਪਿਆ ਹੈ ਜੀ, ਕਿ ਕਿਉਂ ਨਾ ਅਸੀਂ ਵੀ 2-4 ਬੰਦੇ ਜਾ ਕੇ ਗੱਲਬਾਤ ਕਰਦੇ ਹਾਂ, ਕੋਈ ਚਿੱਠੀ ਪੱਤਰ ਲਿਖ ਕੇ ਜਾਂ ਵਿਚਾਰ ਕਰ ਲਈਏ ਉਹਦੇ ਨਾਲ, ਜਾਂ ਅਸੀਂ ਵੀ ਅੱਗੋਂ ਕੋਈ ਤਿਆਰੀ ਕਰੀਏ ਕਿ ਜਿੰਦੇ ਕਰਕੇ ਅਸੀਂ ਉਹਦਾ ਮੁਕਾਬਲਾ ਕਰ ਸਕੀਏ ਜੀ। ਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਹ ਅੰਕਿਤ ਕੀਤਾ ਹੈ ਕਿ ਪ੍ਰਥਮੇ ਮਤਾ ਦੇ ਪੱਤਰੀ ਚਲਾਵੋ, ਦੁਤੀਆ ਮਤਾ ਦੇ ਮਾਨਕ ਪਹੁੰਚਾਵੋ, ਤ੍ਰਿਤੀਆ ਮਤਾ ਕਿਛ ਕਰੋ ਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਧਿਆਇਆ ਜੀ। ਸੋ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਪ੍ਰਿਥੀ ਚੰਦ ਨੇ ਈਰਖਾ ਕੀਤੀ। ਲੰਗਰ ਵੀ ਮਸਤਾਨੇ ਹੋ ਚੁੱਕੇ ਸਨ। ਸੰਗਤ ਜੋ ਮਾਇਆ ਲੈ ਕੇ ਆਉਂਦੀ ਸੀ ਪ੍ਰਿਥੀ ਚੰਦ ਉਹ ਆਪਣੇ ਕੋਲ ਰੱਖ ਲੈਂਦਾ ਸੀ ਤੇ ਜਿਹੜੀ ਸੰਗਤ ਨੇ ਮਾਇਆ ਲੈ ਕੇ ਆਉਣੀ, ਭੇਟਾ ਲੈ ਕਰਕੇ ਆਉਣੀ, ਉਹਨਾਂ ਨੂੰ ਪ੍ਰਸ਼ਾਦਾ ਛਕਣ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਲੰਗਰ ਵਿੱਚ ਭੇਜ ਦੇਣਾ। ਬਾਅਦ ਵਿੱਚ ਬਾਬਾ ਬੁੱਢਾ ਸਾਹਿਬ, ਭਾਈ ਗੁਰਦਾਸ ਸਾਹਿਬ, ਇਹਨਾਂ ਨੇ ਫਿਰ ਸੰਗਤ ਨੂੰ ਸੁਚੇਤ ਕੀਤਾ ਕਿ ਗੁਰੂ ਪਦਵੀ ਦੇ ਉੱਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਪ੍ਰਤੱਖ ਹਾਰ ਬਿਰਾਜਮਾਨ ਨੇ, ਜਿਨ੍ਹਾਂ ਨੂੰ ਪੱਟ ਸਾਹਿਬਾਨ ਆਖਦੇ ਨੇ ਕਿ ਭੰਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਾਰ। ਰੱਬ ਦੇ ਵਿੱਚ ਤੇ ਗੁਰੂ ਅਰਜਨ 'ਚ ਕੋਈ ਭੇਦ ਭਿੰਨਤਾ ਨਹੀਂ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨਿਰੰਕਾਰ ਦਾ ਸਰੂਪ ਨੇ। ਸੋ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਦੇ ਘਰ ਦੇ ਅੰਦਰ ਕਾਫੀ ਲੰਮਾ ਸਮਾਂ ਔਲਾਦ ਨਾ ਹੋਈ ਜੀ। ਤੇ ਪ੍ਰਿਥੀ ਚੰਦ ਦੀ ਜਿਹੜੀ ਘਰਵਾਲੀ ਹੈ ਕਰਮੋ, ਉਹਨੇ ਇੱਕ ਦਿਨ ਦੇਖਿਆ ਕਿ ਮਾਤਾ ਗੰਗਾ ਜੀ ਕੁਝ ਦੁਸ਼ਾਲੇ ਜਿਹੜੇ ਸਨ ਉਹ ਸਰਦੀਆਂ ਵਾਲੇ ਦੁਸ਼ਾਲੇ ਕੱਢੇ ਤੇ ਉਹਨਾਂ ਨੂੰ ਬਾਹਰ ਧੁੱਪ ਲਵਾਉਣ ਵਾਸਤੇ ਪਾ ਦਿੱਤਾ ਜੀ। ਉਹਨੇ ਦੇਖਿਆ, ਉਹਦੇ ਮਨ ਦੇ ਵਿੱਚ ਈਰਖਾ ਆਈ ਕਿ ਇਹ ਸਾਰਾ ਕੁਝ ਸਾਡੇ ਕੋਲ ਹੋਣਾ ਸੀ। ਸ਼ਾਮ ਨੂੰ ਪ੍ਰਿਥੀ ਚੰਦ ਘਰੇ ਆਉਂਦਾ ਹੈ ਤੇ ਪ੍ਰਿਥੀ ਚੰਦ ਨੂੰ ਕਰਮੋ ਨੇ ਇਹ ਗੱਲ ਆਖੀ ਸੀ, ਕਹਿਣ ਲੱਗੀ ਜੇ ਤੁਸੀਂ ਪਿਤਾ ਦਾ ਕਿਤੇ ਹੁਕਮ ਮੰਨਦੇ ਹੁੰਦੇ, ਤੁਹਾਡੇ ਕੋਲ ਗੁਰਤਾ ਗੱਦੀ ਹੁੰਦੀ, ਇਹ ਸੰਗਤ ਦੀਆਂ ਬੇਸ਼ਕੀਮਤੀ ਭੇਟਾਂ ਸਾਡੇ ਕੋਲ ਹੋਣੀਆਂ ਸੀ। ਉਹਨੇ ਇਹਨੂੰ ਆਪਣੀ ਘਰਵਾਲੀ ਨੂੰ ਹੌਸਲਾ ਤਰਵਾਸ ਦਿੰਦਿਆਂ ਆਖਿਆ, ਕਰਮੋ ਤੂੰ ਯਕੀਨ ਕਰ ਇਹ ਸਾਰਾ ਕੁਝ ਹੀ ਸਾਡੇ ਕੋਲ ਆ ਜਾਣਾ ਹੈ। ਉਹ ਕਹਿੰਦੇ ਕਿਵੇਂ?
ਕਹਿਣ ਲੱਗੇ ਸਾਡਾ ਪੁੱਤਰ ਜਿਹੜਾ ਮਿਹਰਬਾਨ ਹੈ ਨਾ, ਉਹ ਬਹੁਤ ਵਿਦਵਾਨ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਬਹੁਤ ਪਿਆਰ ਕਰਦੇ ਨੇ ਤੇ ਆਪ ਕੋਲ ਬਿਠਾ ਕੇ ਉਹਨੂੰ ਸਿੱਖਿਆ ਦਿੰਦੇ ਨੇ ਜੀ ਤੇ ਦੂਸਰੀ ਗੱਲ ਇਹ ਆ ਕਿ ਇਹਨਾਂ ਦੇ ਘਰ ਦੇ ਵਿੱਚ ਔਲਾਦ ਕੋਈ ਨਹੀਂ, ਇਹਨਾਂ ਤੇ ਐਵੇਂ ਹੀ ਸੰਸਾਰ ਤੋਂ ਚਲੇ ਜਾਣਾ ਹੈ। ਸੋ ਇਸ ਤੋਂ ਬਾਅਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ। ਬਾਬਾ ਬੁੱਢਾ ਸਾਹਿਬ ਜੀ ਅਰਦਾਸ ਕਰਦੇ ਆ, ਬੀੜ ਸਾਹਿਬ ਮਾਤਾ ਜੀ ਪ੍ਰਸ਼ਾਦਾ ਲੈ ਕਰਕੇ ਗਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ। ਸੱਚੇ ਪਾਤਸ਼ਾਹ ਨੇ ਆਗਮਨ ਦੀ ਖੁਸ਼ੀ ਦੇ ਵਿੱਚ ਛੇਹਰਟਾ ਇੱਕ ਖੂਹ ਵੀ ਲਵਾਇਆ ਜਿਹੜਾ ਅੱਜ ਵੀ ਮੌਜੂਦ ਹੈ, ਜਿਹਨੂੰ ਅਸੀਂ ਛੇਹਰਟਾ ਸਾਹਿਬ ਕਰਕੇ ਜਿਹੜਾ ਹੈ ਅਸੀਂ ਦਰਸ਼ਨ ਉਸ ਸਥਾਨ ਦੇ ਕਰਦੇ ਹਾਂ। ਸੋ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਬਚਪਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਉੱਪਰ ਪ੍ਰਿਥੀ ਚੰਦ ਵੱਲੋਂ ਕਾਫੀ ਹਮਲੇ ਕੀਤੇ ਗਏ। ਉਹਨੇ ਸਭ ਤੋਂ ਪਹਿਲਾਂ ਇੱਕ ਦਾਈ ਨੂੰ ਕੁਝ ਪੈਸੇ ਦੇ ਕੇ ਕਿਹਾ ਸੀ ਕਿ ਤੂੰ ਇਹਨੂੰ ਦੁੱਧ ਪਿਲਾਉਣ ਲੱਗਿਆ ਹਰਗੋਬਿੰਦ ਨੂੰ, ਆਪਣੇ ਜਿਹੜੇ ਹੈ ਦੁੱਧ ਦੇ ਉੱਪਰ ਜ਼ਹਿਰ ਲਗਾ ਦੇ, ਜੇ ਦੁੱਧ ਪੀਏਗਾ ਤਾਂ ਇਹਦੀ ਮੌਤ ਹੋ ਜਾਏਗੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੁੱਧ ਨਹੀਂ ਪੀਤਾ, ਉਸ ਜ਼ਹਿਰ ਦੇ ਕਰਕੇ ਅਕੜਾ ਚੜਿਆ ਤੇ ਉਹ ਜਿਹੜੀ ਦਾਈ ਦੀ ਮੌਤ ਹੋ ਗਈ। ਉਸ ਤੋਂ ਬਾਅਦ ਵਿੱਚ ਇੱਕ ਖਡਾਵਾ ਜਿਹੜਾ ਬ੍ਰਾਹਮਣ ਖਡਾਵਾ ਸੀ, ਉਹਨੂੰ ਪੈਸੇ ਦਿੱਤੇ ਪ੍ਰਿਥੀ ਚੰਦ ਨੇ। ਪੈਸੇ ਦੇਣ ਕੇ ਉਹਨੂੰ ਕਿਹਾ ਕਿ ਤੂੰ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਹਰਗੋਬਿੰਦ ਬਾਲਕ ਨੂੰ ਖਵਾ ਦੇਈਂ, ਉਹਦੀ ਮੌਤ ਹੋਏਗੀ ਤੇ ਮੈਂ ਤੈਨੂੰ ਹੋਰ ਵੀ ਇਨਾਮ ਦੇਵਾਂਗਾ। ਉਹ ਦਹੀਂ ਜਿਹੜਾ ਸੀ ਬਾਲਕ ਨੇ ਖਾਧਾ ਨਾ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਬਾਲਕ ਹਰਗੋਬਿੰਦ ਦੇ ਰੋਣ ਦੀ ਆਵਾਜ਼ ਆਈ। ਮਹਾਰਾਜ ਨੇ ਚੁਬਾਰੇ ਤੋਂ ਥੱਲੇ ਸੱਦ ਲਿਆ। ਉਹ ਬ੍ਰਾਹਮਣ ਇੰਨਾ ਕੁ ਡਰ ਗਿਆ ਕਿ ਉਹ ਦਹੀਂ ਜਿਹੜਾ ਸੀ ਉਹਦੇ ਕੋਲ ਥੱਲੇ ਡੁੱਲਿਆ। ਉਹ ਦਹੀਂ ਜਿਹੜਾ ਸੀ ਇੱਕ ਜਾਨਵਰ ਨੇ ਖਾਧਾ, ਕੁੱਤੇ ਨੇ ਖਾਧਾ ਦਹੀਂ, ਉਸ ਕੁੱਤੇ ਦੀ ਮੌਤ ਹੋਈ। ਬ੍ਰਾਹਮਣ ਇੰਨਾ ਕੁ ਘਬਰਾ ਗਿਆ, ਉਹ ਘਰੇ ਚਲੇ ਗਿਆ, ਉਹਦੇ ਪੇਟ ਵਿੱਚ ਸੂਲ ਹੋਇਆ ਤੇ ਉਹਦੀ ਮੌਤ ਹੋਈ। ਦੁਸ਼ਟ ਬ੍ਰਾਹਮਣ ਮੂਆ ਹੋਏ ਕੇ ਸੂਲ। ਸਤਿਗੁਰੂ ਮਹਾਰਾਜ ਕਹਿੰਦੇ ਉਹ ਵੀ ਚਲੋ ਆਪਣੀ ਕਰਨੀ ਦਾ ਫਲ ਭੋਗ ਕੇ ਮਰ ਗਿਆ। ਇਸ ਤੋਂ ਬਾਅਦ ਵਿੱਚ ਪ੍ਰਿਥੀ ਚੰਦ ਨੇ ਇੱਕ ਛੋਟਾ ਜਿਹਾ ਬੱਚਾ ਜਿਹੜਾ ਨਾਲ ਖੇਡਿਆ ਕਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ, ਉਹਦੇ ਚਾਚੇ ਨੂੰ ਕੁਝ ਪੈਸੇ ਦਿੱਤੇ ਤੇ ਦੋ ਜੇਬਾਂ ਵਾਲਾ ਇੱਕ ਕੁੜਤਾ ਪਵਾ ਦਿੱਤਾ। ਇੱਕ ਜੇਬ ਦੇ ਵਿੱਚ ਜ਼ਹਿਰ ਵਾਲੀ ਮਠਿਆਈ ਤੇ ਇੱਕ ਵਿੱਚ ਦੂਸਰੀ ਮਠਿਆਈ ਪਾ ਕੇ ਉਹ ਬੱਚੇ ਨੂੰ ਸਮਝਾ ਕੇ ਭੇਜਿਆ ਕਿ ਆਹ ਜ਼ਹਿਰ ਵਾਲੀ ਮਠਿਆਈ ਜਿਹੜੀ ਆ, ਜਾਂ ਸੱਜੇ ਪਾਸਾ ਖੱਬਾ ਪਾਸਾ ਕੁਝ ਦੱਸਿਆ ਹੋਏਗਾ ਉਸ ਵੇਲੇ, ਕਿ ਇਹ ਮਠਿਆਈ ਤੂੰ ਹਰਗੋਬਿੰਦ ਨੂੰ ਖਵਾਉਣੀ ਹੈ ਤੇ ਦੂਜੀ ਮਠਿਆਈ ਤੂੰ ਦੇ ਸਾਹਮਣੇ ਆਪ ਖਾਈ। ਉਹ ਇਸੇ ਤਰ੍ਹਾਂ ਹੀ ਉਹਨੇ ਕਰਨ ਵਾਸਤੇ ਜਦੋਂ ਗਿਆ, ਉਹ ਮਠਿਆਈ ਲੈ ਕੇ ਗਿਆ। ਉਹ ਜ਼ਹਿਰ ਵਾਲੀ ਮਠਿਆਈ ਤਾਂ ਉਹ ਬੱਚੇ ਨੇ ਸਗੋਂ ਆਪ ਖਾ ਲਈ ਤੇ ਜਿਹੜੀ ਦੂਜੀ ਮਠਿਆਈ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੇ ਦਿੱਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਕਿ ਧਾਰ ਕਿਰਪਾ ਪ੍ਰਭ ਹਾਥ ਦੇ ਰੱਖਿਆ, ਹਰਗੋਬਿੰਦ ਨਵਾਂ ਨਰੋਵਾ ਬੜੇ ਯਤਨ ਕੀਤੇ। ਹਾਲਾਂਕਿ ਮਹਾਰਾਜ ਬਾਣੀ ਦੇ ਵਿੱਚ ਹੋਰ ਵੀ ਜ਼ਿਕਰ ਕਰਦੇ ਨੇ ਕਿ ਜੇਕਰ ਬਾਲਕ ਨੂੰ ਤਾਪ ਚੜ੍ਹਦਾ ਹੈ ਜਾਂ ਸ਼ੀਤਲਾ ਦਾ ਰੋਗ ਹੁੰਦਾ ਹੈ, ਕਿ ਲੋਕ ਕਹਿੰਦੇ ਸੀ ਕਿ ਮਹਾਰਾਜ ਇਵੇਂ ਕਰ ਲਈਏ, ਆਹ ਢੰਗ ਵਰਤ ਲਈਏ, ਆਹ ਹੀਲਾ ਵਸੀਲਾ ਕਰੀਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ। ਸ਼ੀਤਲਾ ਹੁੰਦੀ ਤੇ ਸਤਿਗੁਰ ਮਹਾਰਾਜ ਪਾਤਸ਼ਾਹ ਆਖਦੇ ਨੇ ਸ਼ੀਤਲਾ ਤੇ ਰੱਖਿਆ ਬਿਹਾਰੀ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਬਚਪਨ ਤੋਂ ਹੀ ਇਹ ਸਾਜ਼ਿਸ਼ਾਂ ਜਿਹੜੀਆਂ ਸੀ ਉਹ ਘੜਨੀਆਂ ਕੀਤੀਆਂ ਪ੍ਰਿਥੀ ਚੰਦ ਵੱਲੋਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬਾਲਕ ਨੂੰ ਖਤਮ ਕੀਤਾ ਜਾਏ। ਇਹ ਬਾਲਕ ਖਤਮ ਹੋਏਗਾ, ਅਰਜਨ ਦੇਵ ਜਿਹੜੇ ਨੇ ਉਹਨਾਂ ਨੂੰ ਮੈਂ ਖਤਮ ਕਰ ਦੇਵਾਂਗਾ, ਫਿਰ ਗੁਰਤਾ ਗੱਦੀ ਤੇ ਮੈਂ ਬੈਠ ਜਾਵਾਂਗਾ ਤੇ ਇਹ ਗੁਰੂ ਘਰ ਦਾ ਜੋ ਵੀ ਧਨ ਪਦਾਰਥ ਹੈ ਇਹ ਸਾਰਾ ਮੇਰੇ ਕਬਜ਼ੇ ਵਿੱਚ ਹੋ ਜਾਏਗਾ। ਇਸ ਤਰੀਕੇ ਦੇ ਨਾਲ ਪ੍ਰਿਥੀ ਚੰਦ ਸਾਜ਼ਿਸ਼ਾਂ ਹਮੇਸ਼ਾ ਹੀ ਉਹਨੇ ਜਿੰਨੀ ਦੇਰ ਰਿਹਾ ਉਹਨੇ ਸਾਜ਼ਿਸ਼ਾਂ ਕੱਢਦਾ ਰਿਹਾ। ਜੀ ਬਿਲਕੁਲ, ਭਾਵ ਕਿ ਸਾਜ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਚੱਲਦੀਆਂ ਰਹੀਆਂ। ਜੀ ਜੀ ਬਿਲਕੁਲ। ਜਿਹੜੀ ਈਰਖਾ ਸੀ ਉਹ ਗੁਰੂ ਸਾਹਿਬ ਪ੍ਰਤੀ ਘਰੇਲੂ ਈਰਖਾ ਜਾਂ ਉਹ ਲਾਲਚ ਉਹਦੇ ਮਨ ਦੇ ਵਿੱਚ ਸੀ। ਹਾਲਾਂਕਿ ਉਦਾਹਰਨ ਗੁਰੂ ਰਾਮਦਾਸ ਮਹਾਰਾਜ ਜੀ ਜਦੋਂ ਗੁਰਤਾ ਗੱਦੀ ਦਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਤੇ ਉਹਨੇ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਚੋਂ ਦਸਤਾਰ ਵੀ ਖੋਈ ਹੈ ਜੀ ਕਿ ਇਹ ਦਸਤਾਰ ਤੇ ਮੇਰਾ ਹੱਕ ਬਣਦਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਨੇ ਉੱਚੀ ਲਫ਼ਜ਼ਾਂ ਦੇ ਵਿੱਚ ਕਿਹਾ ਸੀ ਕਿ ਅਰਜਨ ਦੇ ਕੋਲ ਕੀ ਹੈ, ਧਨ ਮੇਰੇ ਕੋਲ, ਪੈਸਾ ਮੇਰੇ ਕੋਲ, ਪ੍ਰਬੰਧ ਮੇਰੇ ਕੋਲ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਸ, ਕਿ ਉਹ ਕਿਸੇ ਦੇ ਕੰਮ ਨਹੀਂ ਆ ਸਕਦਾ ਜਿਹੜੇ ਧਨ ਦਾ ਤੂੰ ਗਰਭ ਹੰਕਾਰ ਕਰਕੇ ਬੈਠਾ, ਇਹ ਧਨ ਕਿਦਾਂ ਤੇਰੇ ਪਾਰ ਉਤਾਰਾ ਤੇਰਾ ਕਰ ਦੇਵੇਗਾ ਜੀ। ਬਿਲਕੁਲ। ਸੋ ਅੱਗੇ ਚੱਲਦੇ ਹਾਂ। ਗੁਰੂ ਸਾਹਿਬ ਦਾ ਵਿਦਿਆ ਦੀ ਗੱਲ ਕਰੀਏ, ਸ਼ਸਤਰ ਤੇ ਸ਼ਾਸਤਰ ਵਿਦਿਆ ਦੀ, ਤਾਂ ਉਹ ਕਿਵੇਂ ਤੇ ਕਿਹਨਾਂ ਦੇ ਕੋਲੋਂ ਗੁਰੂ ਸਾਹਿਬ ਨੇ ਪ੍ਰਾਪਤ ਕੀਤੀ? ਇੱਕ ਤਾਂ ਜੀ ਜਦੋਂ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਜੁਲਾਈ ਦੇ ਵਿੱਚ 1595 ਈਸਵੀ ਦੇ ਵਿੱਚ, ਜੀ ਬਾਬਾ ਬੁੱਢਾ ਸਾਹਿਬ ਜੀ ਉਸ ਵੇਲੇ ਬੀੜ ਸਾਹਿਬ ਸੀ, ਉਹਨਾਂ ਨੂੰ ਬੁਲਾਇਆ ਗਿਆ। ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਬਾਲਕ, ਉਸ ਵੇਲੇ ਨਾਮ ਨਹੀਂ ਰੱਖਿਆ ਜੇ, ਬਾਲਕ ਬਾਬਾ ਬੁੱਢਾ ਸਾਹਿਬ ਜੀ ਦੀ ਗੋਦ ਵਿੱਚ ਦਿੱਤਾ ਗਿਆ। ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ ਕਿ ਬਾਬਾ ਜੀ ਤੁਸੀਂ ਅਰਦਾਸ ਵੀ ਕੀਤੀ ਸੀ, ਬਾਲਕ ਦਾ ਨਾਮ ਵੀ ਤੁਸੀਂ ਰੱਖਣਾ ਹੈ।
ਬਾਬਾ ਬੁੱਢਾ ਸਾਹਿਬ ਜੀ ਨੇ ਉੱਥੇ ਬੜੇ ਪਿਆਰ ਦੇ ਨਾਲ ਸ਼ਰਧਾ ਦੇ ਵਿੱਚ ਭੇਜ ਕਰਕੇ ਕਿਹਾ ਸੀ, ਮੇਰਾ ਹਰਗੋਬਿੰਦ ਜੀ ਨਾਮ ਬਾਬਾ ਬੁੱਢਾ ਸਾਹਿਬ ਰੱਖਦੇ ਆ। ਜੀ ਜਿਸ ਦਿਨ ਵਿੱਦਿਆ ਦੇਣੀ ਸੀ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਦੇ ਨੇ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਸੱਦਿਆ ਗਿਆ, ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਆਖਦੇ ਨੇ, ਸੱਚੇ ਪਾਤਸ਼ਾਹ ਹੁਕਮ। ਕਹਿਣ ਲੱਗੇ, ਬਾਲਕ ਹਰਗੋਬਿੰਦ ਨੂੰ ਤੁਸੀਂ ਵਿੱਦਿਆ ਦੇਣੀ ਹੈ। ਜੀ ਬਾਬਾ ਬੁੱਢਾ ਸਾਹਿਬ ਜੀ ਆਖਦੇ ਨੇ, ਕਹਿੰਦੇ ਮੈਂ ਤੇ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੀਆਂ ਮੱਝਾਂ ਗਾਵਾਂ ਚਾਰਨ ਵਾਲਾ, ਮੈਂ ਤੇ ਖੇਤ ਸਾਂਭਣ ਵਾਲਾ, ਮੈਨੂੰ ਕਿਹੜੀ ਵਿੱਦਿਆ ਆਉਂਦੀ ਏ। ਕਹਿਣ ਲੱਗੇ ਕਿ ਇੱਕ ਕੰਮ ਕਰਿਓ, ਮੇਰੇ ਪੁੱਤਰ ਹਰਗੋਬਿੰਦ ਨੂੰ ਉਹ ਵਿੱਦਿਆ, ਉਹ ਪਿਆਰ ਜਿਹੜਾ ਹੈ ਉਹ ਸਿਖਾ ਦਿਓ ਜਿਸ ਪਿਆਰ ਨੂੰ ਵੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਤੁਹਾਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ। ਜੀ ਜਿਸ ਪਿਆਰ ਕਰਕੇ ਤੁਹਾਨੂੰ ਬੂੜੇ ਤੋਂ ਬੁੱਢਾ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਤਿਕਾਰਿਆ ਸੀ, ਉਹ ਪਿਆਰ ਜਿਹੜਾ ਹੈ ਮੇਰੇ ਬਾਲਕ ਹਰਗੋਬਿੰਦ ਨੂੰ ਸਿਖਾਉਣਾ ਕਰੋ। ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੁਨਿਆਵੀ ਹਰ ਤਰ੍ਹਾਂ ਦੀ ਜਿਹੜੀ ਵਿੱਦਿਆ ਸੀ, ਸ਼ਸਤਰ ਵਿੱਦਿਆ, ਘੋੜਸਵਾਰੀ, ਨੇਜਾਬਾਜੀ, ਤੀਰ ਅੰਦਾਜ਼ੀ ਜਾਂ ਤੈਰਾਕੀ ਇਤਿਆਦਿ ਜਿਹੜੀ ਸੀ 72 ਤਰ੍ਹਾਂ ਦੀ ਵਿਦਵਾਨਾਂ ਨੇ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ 72 ਤਰ੍ਹਾਂ ਦੀ ਵਿੱਦਿਆ ਜਿਹੜੀ ਸੀ ਉਹ ਸਿਖਾਈ, ਜਿੰਦੇ ਵਿੱਚ ਵੱਖ-ਵੱਖ ਭਾਸ਼ਾ ਦਾ ਗਿਆਨ, ਗੁਰਬਾਣੀ, ਸੰਥਿਆ ਇਤਿਆਦਿਕ ਜਿਹੜਾ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਦੇਖ ਰੇਖ ਦੇ ਵਿੱਚ ਫਿਰ ਸਾਰੀ ਵਿੱਦਿਆ ਜਿਹੜੀ ਸੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪ੍ਰਾਪਤ ਕੀਤੀ ਸੀ। ਜੀ ਸੋ ਬਿਲਕੁਲ ਵਿਸ਼ਵ ਭਰ ਦੀਆਂ ਸੰਗਤਾਂ ਦੇ ਨਾਲ ਬੜੇ ਹੀ ਸੁੰਦਰ ਵਿਚਾਰਾਂ ਦੀ ਸਾਂਝ ਕਰ ਰਹੇ ਨੇ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ। ਸੋ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਹੋਇਆਂ ਅੱਗੇ ਚੱਲਦੇ ਹਾਂ। ਫਿਰ ਸਿੰਘ ਸਾਹਿਬ ਜੀ, ਗੁਰਤਾ ਗੱਦੀ ਦੀ ਪ੍ਰਾਪਤੀ ਦੀ ਗੱਲ ਕਰੀਏ ਤਾਂ ਕਦੋਂ ਫਿਰ ਗੁਰਤਾ ਗੱਦੀ ਦੀ ਪ੍ਰਾਪਤੀ ਜਿਹੜੀ ਆ ਉਹ ਗੁਰੂ ਸਾਹਿਬ ਨੂੰ? ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰਦੇ ਹਾਂ ਕਿ ਪ੍ਰਿਥੀ ਚੰਦ ਜਿਹੜਾ ਸੀ ਉਹ ਈਰਖਾ ਕਰਦਾ ਸੀ ਕਿ ਕਿਸੇ ਨਾ ਕਿਸੇ ਬਹਾਨੇ ਜਿਹੜਾ ਹੈ ਜੀ ਉਹ ਅਰਜਨ ਦੇਵ ਖਤਮ ਹੋ ਜਾਏ ਤੇ ਇਹ ਅਧਿਕਾਰ ਗੁਰਤਾ ਗੱਦੀ ਦਾ ਜਿਹੜਾ ਹੈ ਇਹ ਸਾਰਾ ਮੇਰੇ ਕੋਲ ਆ ਜਾਏ। ਜੀ ਉਹਨੇ ਜੇਕਰ ਉਹਦੀ ਇੱਥੇ ਕੋਈ ਦਾਲ ਨਹੀਂ ਗਲੀ, ਕੋਈ ਸਾਜ਼ਿਸ਼ ਕੰਮ ਨਹੀਂ ਚੜੀ, ਸਿਰੇ ਨਹੀਂ ਚੜੀ, ਤੇ ਉਹਨੇ ਫਿਰ ਸਰਕਾਰੇ ਦਰਬਾਰੇ ਜਹਾਂਗੀਰ ਦੇ ਕੋਲ ਜਿਹੜੀ ਸੀ ਉਹ ਵੱਖ-ਵੱਖ ਲੋਕਾਂ ਦੇ ਰਾਹੀਂ ਪਹੁੰਚ ਕਰਨਾ ਸ਼ੁਰੂ ਕੀਤੀ। ਬਹੁਤ ਸਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਦੇ ਕਾਰਨ ਬਣਦੇ ਨੇ, ਜਿਨ੍ਹਾਂ ਵਿੱਚ ਬੀਰਬਲ ਇੱਕ ਕਾਰਨ ਹੈ, ਨਕਸ਼ਬੰਦੀ ਸ਼ੇਖ ਅਹਿਮਦ ਸਰਹੰਦੀ ਜਿਹੜੇ ਆਪਣੇ ਆਪ ਨੂੰ ਮੁਜੱਦਦ ਅਲ ਸਫਾਨੀ ਆਖਦਾ ਸੀ ਉਹ ਕਾਰਨ ਹੈ, ਸ਼ੇਖ ਫਰੀਦ ਬੁਖਾਰੀ। ਇਸ ਤਰ੍ਹਾਂ ਕਰਕੇ ਪ੍ਰਿਥੀ ਚੰਦ ਵੀ ਕਾਰਨ ਬਣਿਆ। ਉਹਦੇ ਵਿੱਚ ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਨਾ ਇਹ ਵੀ ਇੱਕ ਕਾਰਨ ਬਣਦਾ ਹੈ। ਤੁਜ਼ਕੇ ਜਹਾਂਗੀਰੀ ਜਿੰਦੇ ਵਿੱਚ ਉਹਦੀ ਆਪਣੀ ਆਟੋਬਾਇਓਗ੍ਰਾਫੀ ਹੈ ਬਾਦਸ਼ਾਹ ਜਹਾਂਗੀਰ ਦੀ, ਉਹਦੇ ਵਿੱਚ ਜਹਾਂਗੀਰ ਲਿਖਦਾ ਹੈ ਕਿ ਮੈਂ ਚਾਹੁੰਦਾ ਸੀ ਕਿ 4-5 ਪੀੜ੍ਹੀਆਂ ਤੋਂ ਜਿਹੜੀ ਇੱਕ ਝੂਠ ਦੀ ਦੁਕਾਨ ਚੱਲਦੀ ਆਉਂਦੀ, ਉਹ ਝੂਠ ਦੀ ਦੁਕਾਨ ਜਿਹੜੀ ਹੈ ਮੈਂ ਬੰਦ ਕਰ ਦੇਵਾਂ। 4-5 ਪੀੜ੍ਹੀਆਂ ਤੋਂ ਭਾਵੇਂ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੱਕ। ਜਿਸ ਦਿਨ ਸਤਿਗੁਰੂ ਮਹਾਰਾਜ ਜੀ ਦੀ ਉੱਧਰੋਂ ਗ੍ਰਿਫਤਾਰੀ ਦੇ ਹੁਕਮ ਹੁੰਦੇ ਨੇ, ਇਹ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਨ 1606 ਦੇ ਅੰਦਰ 10 ਜੇਠ ਅੱਜ ਦਾ ਦਿਨ ਜਿਹੜਾ ਅਸੀਂ ਮਨਾਉਂਦੇ ਪਏ ਹਾਂ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਦੇ ਨੇ ਕਿ ਬਾਬਾ ਬੁੱਢਾ ਜੀ, ਹਰਗੋਬਿੰਦ ਬਾਲਕ ਨੂੰ ਜਿਹੜਾ ਹੈ ਉਹ ਗੁਰਤਾ ਦੇਣੀ ਹੈ। ਬਾਬਾ ਬੁੱਢਾ ਜੀ ਭਾਵੁਕ ਹੋਏ, ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਮਹਾਰਾਜ ਜੇ ਆਪ ਹੋਰ ਇਸ ਸਰੀਰ ਵਿੱਚ ਵਿਚਰੋ, ਹੋਰ ਆਨੰਦ ਅਸੀਂ ਪ੍ਰਾਪਤ ਕਰੀਏ। ਕਹਿਣ ਲੱਗੇ ਅਸੀਂ ਲਾਹੌਰ ਜਾਣਾ ਹੈ। ਬਾਬਾ ਬੁੱਢਾ ਸਾਹਿਬ ਕਹਿੰਦੇ ਆਪ ਜੀ ਪਰਤ ਕੇ ਆਇਓ। ਕਹਿਣ ਲੱਗੇ ਨਹੀਂ, ਹੁਣ ਇਹ ਸਰੀਰ ਲਾਹੌਰ ਤੋਂ ਪਰਤ ਕੇ ਨਹੀਂ ਆਵੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰਤਾ ਜਿਹੜੀ ਹੈ ਉਹ ਬਾਬਾ ਬੁੱਢਾ ਜੀ ਹੁਣ ਹਰਗੋਬਿੰਦ ਨੂੰ ਦੇਣੀ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਵੇਲੇ 11 ਸਾਲ ਉਹਨਾਂ ਦੀ ਉਮਰ ਬਣਦੀ ਹੈ। 1595 ਦਾ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੈ ਤੇ ਸਨ 1606 ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਆਸੀਨ ਹੁੰਦੇ ਨੇ। ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਿਆਈ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤਾ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਆਖਿਆ ਸੀ, ਕਹਿਣ ਲੱਗੇ ਕਿ ਬੇਟਾ ਹਰਗੋਬਿੰਦ, ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ, ਕੋਈ ਵੀ ਕੰਮ ਕਰਨਾ ਹੋਵੇ, ਕੋਈ ਵੀ ਕਾਰਜ ਕਰਨਾ ਹੋਵੇ, ਬਾਬਾ ਬੁੱਢਾ ਸਾਹਿਬ ਜੀ ਤੋਂ ਹਮੇਸ਼ਾ ਪੁੱਛ ਕਰਕੇ ਹੀ ਕਰਨਾ, ਇਹਨਾਂ ਦੀ ਸਲਾਹ ਦੇ ਨਾਲ ਕਰਨਾ। ਇਹ ਇੰਦਰੀ ਜਿੱਤ ਸਿੱਖ ਨੇ, ਇਹ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਦੇ ਸਿੱਖ ਨੇ। ਸੋ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਉਹਨਾਂ ਨੇ ਹੁਕਮ ਕਰ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿ ਹਮੇਸ਼ਾ ਬਾਬਾ ਬੁੱਢਾ ਸਾਹਿਬ ਜੀ ਨਾਲ ਸਲਾਹ ਕਰਕੇ ਕੋਈ ਵੀ ਕਾਰਜ ਕਰਿਓ। ਤੇ ਜਾਣ ਲੱਗਿਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਹਰਮੰਦਰ ਸਾਹਿਬ ਜਾਂਦੇ ਨੇ। ਹਰਮੰਦਰ ਸਾਹਿਬ ਦੀ ਪਰਿਕਰਮਾ ਕੀਤੀ, ਪਰਿਵਾਰ ਨੂੰ ਮਿਲੇ ਤੇ ਸੱਚੇ ਪਾਤਸ਼ਾਹ ਮਹਾਰਾਜ ਫਿਰ ਲਾਹੌਰ ਜਾਂਦੇ, ਜਿੱਥੇ ਜਾ ਕੇ ਸਤਿਗੁਰੂ ਮਹਾਰਾਜ ਜੀ ਦੀ ਆਉਣ ਵਾਲੇ ਅਗਲੇ ਦਿਨਾਂ ਦੇ ਵਿੱਚ ਜਿਹੜਾ ਹੈ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ। ਇਤਿਹਾਸ ਦੇ ਵਿੱਚ ਕਦੀ ਵੀ ਸੰਸਾਰ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ
ਕਿ ਕੋਈ ਵੀ ਧਾਰਮਿਕ ਜਿਹੜਾ ਆਗੂ ਹੈ ਜਾਂ ਧਾਰਮਿਕ ਰਹਿਬਰ ਹੈ, ਉਹ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਆਪਣਾ ਉੱਤਰ ਅਧਿਕਾਰੀ ਆਪ ਚੁਣਦਾ ਹੋਵੇ। ਜੀ ਇਹ ਪਰੰਪਰਾ ਜਿਹੜੀ ਸੀ ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ੁਰੂ ਕਰ ਦਿੱਤੀ। ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮ ਦੇ ਲਹਿਣਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਹਯਾਤੀ ਦੇ ਵਿੱਚ ਭਾਈ ਲਹਿਣੇ ਜੀ ਨੂੰ ਗੁਰੂ ਅੰਗਦ ਦੇਵ ਬਣਾ ਕਰਕੇ ਗੁਰਤਾ ਗੱਦੀ ਤੇ ਬਿਠਾਉਣਾ ਕੀਤਾ। ਸੋ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸਿਧਾਂਤ ਬਾਣੀ ਦੇ ਵਿੱਚ ਦਿੱਤਾ ਹੈ ਕਿ ਜੋਤ 오ਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਕਿ ਜੋਤ ਉਹੀ ਰਹਿੰਦੀ ਹੈ, ਕਾਇਆ ਸਿਰਫ ਬਦਲੀ ਜਾਂਦੀ, ਜੁਗਤ ਤੇ ਜੋਤ ਨਹੀਂ ਬਦਲੀ। ਜੀ ਸੋ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਦੇਵ ਜਿਹੜਾ ਸੀ ਉਹ ਗੁਰੂ ਅੰਗਦ ਦੇਵ ਮਹਾਰਾਜ ਨੂੰ ਆਪਣੇ, ਜੇ ਅਸੀਂ ਸ਼ਬਦ ਵਰਤ ਲਈਏ ਸੰਸਾਰੀ ਸ਼ਬਦ, ਕਿ ਜਿਉਂਦਿਆਂ ਹੋਇਆਂ ਸਰੀਰਕ ਤੌਰ ਤੇ ਹੁੰਦਿਆਂ ਹੋਇਆਂ ਮਹਾਰਾਜ ਗੁਰੂ ਅੰਗਦ ਦੇਵ ਨੂੰ ਗੁਰਤਾ ਗੱਦੀ ਤੇ ਬਿਠਾਉਂਦੇ ਨੇ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਹਯਾਤੀ ਵਿੱਚ ਗੁਰੂ ਅਮਰਦਾਸ ਨੂੰ ਬਿਠਾਉਂਦੇ ਨੇ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਆਪਣੀ ਵਾਰ ਦੇ ਵਿੱਚ, ਬਖਸ਼ਿਸ਼ ਕੀਤੀ ਉਹਨਾਂ ਨੇ ਕਿ ਲਹਿਨੇ ਪਾਈ ਨਾਨਕੋਂ ਦੇਨੀ ਅਮਰਦਾਸ ਕਰ ਆਈ। ਫਿਰ ਗੁਰੂ ਅਮਰਦਾਸ ਮਹਾਰਾਜ ਜਿੱਦਣ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਸੌਂਪਦੇ ਨੇ ਤੇ ਉਹ ਸਾਰਾ ਹਵਾਲਾ ਜਿਹੜਾ ਹੈ ਰਾਮਕਲੀ ਸੱਧ ਬਾਣੀ ਜਿਹੜੀ ਬਾਬਾ ਸੁੰਦਰ ਜੀ ਦੀ ਲਿਖੀ ਹੈ, ਉਸ ਬਾਣੀ ਦੇ ਵਿੱਚ ਮਹਾਰਾਜ ਨੇ ਉਹ ਹਵਾਲਾ ਦਿੱਤਾ। ਤੇ ਜਿਹੜਾ ਹਵਾਲਾ ਸੱਚੇ ਪਾਤਸ਼ਾਹ ਮਹਾਰਾਜ ਸਾਰੰਗ ਰਾਗ ਦੇ ਵਿੱਚ ਮਿਲਦਾ ਸਾਨੂੰ ਕਿ ਕਾਹੇ ਝਗਰਤ ਕਾਹੇ ਪੂ ਝਗਰਤ ਹੋ ਸੰਗ ਬਾਪ ਜਿਨ ਕੇ ਜਨੇ ਬਡੀਰੇ ਤੁਮ ਹੋ 300 ਝਗਰਤ ਪਾਪ। ਇਹ ਹਵਾਲਾ ਜਿਹੜਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਦੇ ਸਮੇਂ ਦਾ ਹੈ, ਜਿੱਦਣ ਗੁਰੂ ਰਾਮਦਾਸ ਗੁਰਤਾ ਗੱਦੀ ਸੌਂਪਦੇ ਨੇ। ਤੇ ਭੱਟ ਸਾਹਿਬਾਨ ਵੀ ਉਹਨਾਂ ਨੇ ਵੀ ਬੜੀ ਕਿਰਪਾ ਕੀਤੀ ਬਾਣੀ ਦੇ ਵਿੱਚ, ਉਹਨਾਂ ਨੇ ਵੀ ਬਖਸ਼ਿਸ਼ ਕਰ ਦਿੱਤੀ। ਕਹਿਣ ਲੱਗੇ ਕਿ ਦੇਖੋ ਲੋਕ ਸਮਝਦੇ ਸੀ ਗੁਰੂ ਮੋਇਆ ਹੋ ਗਿਆ, ਗੁਰੂ ਮਰ ਗਿਆ, ਗੁਰੂ ਚਲੇ ਗਿਆ, ਪਰ ਉਹਨਾਂ ਨੇ ਇੱਕੋ ਗੱਲ ਆਖੀ, ਕਹਿਣ ਲੱਗੇ ਕਿ ਕਵਨ ਕਹੇ ਸ਼੍ਰੀ ਗੁਰ ਮੋਇਓ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸ਼੍ਰੀ ਗੁਰੂ ਤਹਿ ਬਿਠਾਇਓ ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੇ ਅਸੁਰ ਗਏ ਤੇ ਭਾਗ ਪਾਪ ਤਿਨ ਪੀਤਰ ਕੰਪੇ ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਿਥਵੀ ਗੁਰੂ ਅਰਜਨ ਕੋ ਦੇ ਆਇਓ। ਇਹ ਵੀ ਗੁਰਤਾ ਗੱਦੀ ਦਾ ਹਵਾਲਾ ਹੈ। ਤੇ ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਸੌਂਪਦੇ ਨੇ ਤੇ ਉਸ ਦਿਨ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਇੱਥੇ ਜੇ ਪੰਜ ਪਿਆਲੇ ਸੱਤ ਸੰਤੋਖ ਦਇਆ ਧਰਮ ਪੰਜ ਗੁਣ, ਫਿਰ ਪੰਜ ਪੀਰ ਤੋਂ ਭਾਵ ਹੈ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਪੰਜ ਪੀਰ ਤੇ ਛਠਮ ਪੀਰ ਬੈਠਾ ਗੁਰ ਭਾਰੀ ਭਾਰੀ ਗੁਰੂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਸੋ ਸੱਚੇ ਪਾਤਸ਼ਾਹ ਮਹਾਰਾਜ ਇਹ ਸਿੱਖੀ ਦੀ ਮਰਿਆਦਾ ਹੈ। ਗੁਰੂ ਗੋਬਿੰਦ ਸਿੰਘ ਤੱਕ ਇਸੇ ਤਰ੍ਹਾਂ ਚੱਲੀ। ਗੁਰੂ ਗੋਬਿੰਦ ਸਿੰਘ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਕੇਵਲ ਜ਼ਿਕਰ ਆਉਂਦਾ ਕਿ ਸਰੀਰਕ ਤੌਰ ਤੇ ਗੁਰੂ ਤੇਗ ਬਹਾਦਰ ਉੱਥੇ ਨਹੀਂ, ਪਰ ਫਿਰ ਵੀ ਉਹਨਾਂ ਨੇ ਕਿਹਾ ਸੀ ਕਿ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ। ਸੋ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਵੀ ਹਯਾਤੀ ਦੇ ਵਿੱਚ ਹੀ ਜਿੱਦਣ ਜੋਤੀ ਜੋਤ ਸਮਾਉਣਾ ਉਸ ਤੋਂ ਪਹਿਲਾਂ ਮਹਾਰਾਜ ਗ੍ਰੰਥ ਦਾ ਪ੍ਰਕਾਸ਼ ਕਰਦੇ ਨੇ, ਹਜ਼ੂਰੀ ਵਿੱਚ ਬੈਠਦੇ ਨੇ, ਹੁਕਮਨਾਮਾ ਲਿਆ ਜਾਂਦਾ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਦਿਨ ਕਿਹਾ ਸੀ ਕਿ ਮਮ ਆ ਗਿਆ ਸਭ ਹੀ ਸੁਣੋ ਸਤ ਬਚਨ ਨਿਰਤਾਰ ਗ੍ਰੰਥ ਗੁਰੂ ਮਮ ਜਾਣਿਓ ਸਤ ਬਚਨ ਵਿਚਾਰ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਹੁਕਮ ਸੀ ਉਹ ਅਸੀਂ ਰੋਜ਼ ਅਰਦਾਸ 'ਚ ਦੋਹਰੇ ਰੂਪ 'ਚ ਵੀ ਪੜ੍ਹਦੇ ਹਾਂ ਕਿ ਆਗਿਆ ਪਈ ਅਕਾਲ ਕੀ ਤभी ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੇ। ਇਹ ਗੁਰੂ ਘਰ ਦੀ ਮਰਿਆਦਾ ਹੈ ਕਿ ਗੁਰੂ ਸਾਹਿਬ ਆਪਣੀ ਹਯਾਤੀ ਵਿੱਚ ਜਿਉਂਦਿਆਂ ਹੋਇਆਂ ਸਰੀਰ ਵਿੱਚ ਹੁੰਦਿਆਂ ਹੋਇਆਂ ਅਗਲਾ ਉੱਤਰ ਅਧਿਕਾਰੀ ਜਿਹੜਾ ਹੈ ਉਹ ਚੁਣ ਕੇ ਗਏ ਨੇ ਸੱਚੇ ਪਾਤਸ਼ਾਹ ਮਹਾਰਾਜ ਜੀ। ਗੁਰੂ ਸਾਹਿਬ ਨੇ ਜਦੋਂ ਗੁਰਤਾ ਗੱਦੀ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਇੱਕ ਬੜਾ ਹੀ ਵਿਲੱਖਣ ਜਿਹੜੀ ਚੀਜ਼ ਸੀ ਉਹ ਸਾਹਮਣੇ ਆਈ ਕਿ ਦੋ ਕਿਰਪਾਨਾਂ ਜਿਹੜੀਆਂ ਆ ਉਹ ਉਹਨਾਂ ਨੇ ਧਾਰਨ ਕੀਤੀਆਂ। ਉਹਦਾ ਮਕਸਦ ਕੀ ਸੀਗਾ ਤੇ ਉਹ ਕਿਰਪਾਨਾਂ ਧਾਰਨ ਜਿਹੜੀਆਂ ਆ ਉਹ ਫਿਰ ਕਿਹਨਾਂ ਨੇ ਕਰਵਾਈਆਂ? ਇੱਕ ਤਾਂ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਸਿੱਖਾਂ ਦੇ ਵਾਸਤੇ ਅੱਜ ਵੀ ਉਹਨਾਂ ਦਾ ਉਪਦੇਸ਼ ਹੀ ਹੈ ਜੀ ਕਿ ਧਰਮ ਵੱਖਰਾ ਤੇ ਰਾਜਨੀਤੀ ਵੱਖਰੀ ਨਹੀਂ ਹੋ ਸਕਦੀ, ਸ਼ਕਤੀ ਤੇ ਭਗਤੀ ਵੱਖੋ ਵੱਖਰੀਆਂ ਨਹੀਂ ਹੋ ਸਕਦੇ ਜੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਦੇਖੋ ਤੁਸੀਂ ਮਾਲਾ ਕੱਲੀ ਫੜ ਕੇ ਬੈਠੋ ਹੋਏ ਹੋਗੇ ਤਾਂ ਕੋਈ ਵੀ ਆਏਗਾ ਤਾਂ ਤੁਹਾਡੀ ਮਾਲਾ ਖੋ ਕੇ ਲੈ ਜਾਏਗਾ, ਤੁਹਾਡੇ ਉੱਪਰ ਹਮਲਾ ਕਰ ਦੇਗਾ। ਤਲਵਾਰ ਸ਼ਕਤੀ ਜਿਹੜੀ ਹੈ ਉਹ ਭਗਤੀ ਨੂੰ ਜਿਹੜਾ ਰੱਖਿਆ ਕਰਨ ਵਾਸਤੇ ਇੱਕ ਬਾਉਂਡਰੀ ਬਣਾਉਣ ਵਾਸਤੇ ਦੇ ਦਿੱਤੀ। ਔਰ ਅੱਜ ਵੀ ਅਸੀਂ ਜਦੋਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਕਰਦੇ ਹਾਂ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਥਾਨਾਂ ਦੇ ਅਸੀਂ ਦਰਸ਼ਨ ਕਰਦੇ ਹਾਂ ਤੇ ਉੱਥੇ ਦੋ ਨਿਸ਼ਾਨ ਸਾਹਿਬ ਹਮੇਸ਼ਾ ਇਸ ਗੱਲ ਦੇ ਪ੍ਰਤੀਕ ਨੇ ਕਿ ਇਹ ਭਗਤੀ ਤੇ ਸ਼ਕਤੀ ਦਾ ਘਰ ਹੈ, ਇਹ ਧਰਮ ਤੇ ਰਾਜਨੀਤੀ ਦਾ ਘਰ ਹੈ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਿਹੜੇ ਅਕਾਲ ਤਖਤ ਦੇ ਸਾਹਮਣੇ ਜਿਹੜੇ ਅਸੀਂ ਨਿਸ਼ਾਨ ਸਾਹਿਬ ਦੇਖਦੇ ਹਾਂ, ਹਰਮੰਦਰ ਸਾਹਿਬ ਵਾਲਾ ਸੱਜੇ ਪਾਸੇ ਵਾਲਾ ਨਿਸ਼ਾਨ ਸਾਹਿਬ, ਧਰਮ ਦਾ ਨਿਸ਼ਾਨ ਸਾਹਿਬ ਉੱਚਾ ਰੱਖਿਆ, ਰਾਜਨੀਤੀ ਦਾ ਨੀਵਾਂ ਰੱਖਿਆ। ਧਰਮ ਜਿਹੜਾ ਹੈ ਉਹ ਹਮੇਸ਼ਾ ਹੀ ਸਿਖਰ ਹੁੰਦਾ ਹੈ, ਰਾਜਨੀਤੀ ਧਰਮ ਦੇ ਅਧੀਨ ਚੱਲਦੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਮੀਰੀ ਤੇ ਪੀਰੀ ਦੀਆਂ ਜਿਹੜੀਆਂ ਕਿਰਪਾਨਾਂ ਸੀ, ਇਹ ਧਰਮ ਤੇ ਰਾਜਨੀਤੀ, ਭਗਤੀ ਤੇ ਸ਼ਕਤੀ ਦਾ ਇੱਕ ਸੁਮੇਲ ਸੀ ਜਿਹੜਾ ਸਾਨੂੰ ਬਖਸ਼ਿਸ਼ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਸੁਮੇਲ ਨੂੰ, ਵਿਦਵਾਨ ਕਹਿੰਦੇ ਨੇ ਦੋ ਤਲਵਾਰ ਦੀ ਧਾਰ ਇੱਕ ਪਾਸੇ ਹੀ ਹੁੰਦੀ ਹੈ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਦੋ ਤਲਵਾਰਾਂ ਜੋੜ ਦਿੱਤੀਆਂ, ਉਹ ਖੰਡਾ ਬਣਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਸੇ ਖੰਡੇ ਦੇ ਨਾਲ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਹਮੇਸ਼ਾ ਵਾਸਤੇ ਇਹ ਪਰਪੱਕ ਕਰ ਦਿੱਤਾ ਕਿ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ, ਕਿ ਮੈਂ ਧਰਮ ਤੇ ਰਾਜਨੀਤੀ ਇਹ ਦੋਨੋਂ ਹੀ ਜਿਹੜੀਆਂ ਨੇ ਇਹ ਮੈਂ ਹੁਣ ਸਿੱਖਾਂ ਨੂੰ ਦੇ ਕੇ ਚੱਲਿਆ। ਸਿੱਖ ਜਿਹੜੇ ਨੇ ਇਹ ਧਰਮ ਵੀ ਕਮਾਉਣਗੇ ਤੇ ਰਾਜਨੀਤੀ ਦੇ ਵਿੱਚ ਵੀ ਆਪਣਾ ਜਿਹੜਾ ਹੈ ਉਹ ਦਬਦਬਾ ਰੱਖਣਗੇ। ਇਹੀ ਕਾਰਨ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ, ਜੱਸਾ ਸਿੰਘ ਆਹਲੂਵਾਲੀਆ ਨੇ ਕੀਤਾ, ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਰਾਜ ਕੀਤਾ। ਇਹ ਰਾਜ ਦਾ ਸੁਪਨਾ ਗੁਰੂ ਨਾਨਕ ਦੇਵ ਮਹਾਰਾਜ ਤੋਂ ਸਾਡੇ ਤੱਕ ਚੱਲਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਤੇ ਪੀਰੀ ਦਾ ਜਾਮਾ ਬਖਸ਼ਿਸ਼ ਕੀਤਾ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਬਾਦਸ਼ਾਹੀਆਂ ਸੌਂਪ ਦਿੱਤੀਆਂ ਜੀ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਦੀ ਗੱਲ ਕਰੀਏ ਤਾਂ ਜਿਵੇਂ ਤੁਸੀਂ ਕੁਝ ਤਾਂ ਜ਼ਿਕਰ ਕਰ ਹੀ ਦਿੱਤਾ ਹੈ, ਪਰ ਫਿਰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਕੀਤੀ ਗਈ ਸੀ ਉਹਦੇ ਪਿੱਛੇ ਮੁੱਖ ਤੌਰ ਦੇ ਉੱਤੇ ਮਕਸਦ ਜਿਹੜਾ ਆ ਉਹ ਕੀ ਸੀਗਾ? ਇੱਕ ਤਾਂ ਜੀ ਸਮੇਂ ਦੀ ਜਿਹੜੀ ਹਕੂਮਤ ਸੀ ਉਸ ਵੇਲੇ ਦੀ, ਉਹਨਾਂ ਨੇ ਹੁਕਮ ਕੀਤਾ ਹੋਇਆ ਸੀ ਕਿ 3 ਫੁੱਟ ਤੋਂ ਉੱਚਾ ਕੋਈ ਥੜਾ ਬਣਾ ਕੇ ਨਹੀਂ ਬੈਠ ਸਕਦਾ। ਦਿੱਲੀ ਦਾ ਜਿਹੜਾ ਤਖਤ ਸੀ ਉਹ 3 ਫੁੱਟ ਉੱਚਾ ਸੀ ਜੀ। 3 ਫੁੱਟ ਉੱਚਾ ਕੋਈ ਥੜਾ ਬਣਾ ਕੇ ਨਹੀਂ ਬੈਠ ਸਕਦਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਸ ਵੇਲੇ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ ਕਿ ਇੱਕ ਥੜਾ ਬਣਾਉਣਾ। ਪਹਿਲੋਂ ਅਕਾਲ ਬੁੰਗਾ ਕਿਹਾ ਗਿਆ ਜੀ। ਇਹ ਥੜਾ ਜਿਹੜਾ ਹੈ ਉਹ ਬਿਲਕੁਲ ਨੇਜੇ ਤੋਂ ਉੱਚਾ ਬਣਾਉਣਾ, ਨੇਜੇ ਦੀ ਉਚਾਈ ਤੋਂ ਉੱਚਾ ਬਣਾਇਆ ਗਿਆ ਜੀ। ਸੱਚੇ ਪਾਤਸ਼ਾਹ ਮਹਾਰਾਜ ਉਸ ਤਖਤ ਨੂੰ ਬਣਾਉਣ ਵਾਸਤੇ ਉਹਨਾਂ ਨੇ ਕਿਸੇ ਰਾਜ ਮਿਸਤਰੀ ਨੂੰ ਨਹੀਂ ਲਾਇਆ। ਜਿਵੇਂ ਗੁਰੂ ਅਰਜਨ ਦੇਵ ਕਹਿ ਕੇ ਗਏ ਸੀ ਕਿ ਤੁਸੀਂ ਹਮੇਸ਼ਾ ਹੀ ਬਾਬਾ ਬੁੱਢਾ ਸਾਹਿਬ ਜੀ ਦੀ ਆਗਿਆ ਲੈਣੀ, ਉਹਨਾਂ ਨਾਲ ਸਲਾਹ ਕਰਕੇ ਕੰਮ ਕੋਈ ਵੀ ਕਰਨਾ। ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਅਕਾਲ ਤਖਤ ਦੀ ਜਿਹੜੀ ਇੱਟ, ਪਹਿਲੀ ਇੱਟ ਬਾਬਾ ਬੁੱਢਾ ਸਾਹਿਬ ਨੇ ਰੱਖੀ, ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਹੱਥੀਂ ਬਣਾਇਆ। ਇਤਿਹਾਸ ਦੇ ਬਚਨ ਨੇ ਕਿ ਕਿਸੇ ਰਾਜ ਨਾ ਹੱਥ ਲਗਾਇਓ, ਬੁੱਢਾ ਉਹ ਗੁਰਦਾਸ ਬਣਾਇਓ, ਕਿਸੇ ਰਾਜ ਮਿਸਤਰੀ ਨੇ ਨਹੀਂ ਬਣਾਇਆ। ਔਰ ਇਹ ਤਖਤ ਦਾ ਨਾਮ ਵੀ ਸੱਚੇ ਪਾਤਸ਼ਾਹ ਨੇ ਅਕਾਲ ਤਖਤ ਰੱਖਿਆ ਜੀ। ਅਕਾਲ ਤੋਂ ਭਾਵ ਹੁੰਦਾ ਹੈ ਕਿ ਜਿੰਦੇ ਤੇ ਸਮੇਂ ਦਾ ਪ੍ਰਭਾਵ ਨਾ ਹੋਵੇ, ਮੌਤ ਦਾ ਪ੍ਰਭਾਵ ਨਾ ਹੋਵੇ। ਦੁਨੀਆ 'ਚ ਬਹੁਤ ਸਾਰੇ ਰਾਜਿਆਂ ਦੇ ਤਖਤ ਸਨ। ਬਾਬਰ ਤੋਂ ਜੇਕਰ ਅਸੀਂ ਜ਼ਿਕਰ ਕਰ ਲਈਏ, ਬਾਬਰ ਆਇਆ, ਹੁਮਾਯੂੰ ਆਇਆ, ਅਕਬਰ ਬੈਠਾ, ਜਾਂ ਫਿਰ ਜਹਾਂਗੀਰ ਬੈਠਾ, ਫਿਰ ਅਸੀਂ ਕਰਾਂਗੇ ਔਰੰਗਜ਼ੇਬ ਬੈਠਾ, ਫਰਖਸ਼ਿਰ ਬੈਠਾ, ਬਹਾਦਰ ਸ਼ਾਹ ਬੈਠਾ। ਕਿੰਨੇ ਬਾਦਸ਼ਾਹ ਆਏ ਜਿਹੜੇ ਤਖਤਾਂ ਦੇ ਉੱਤੇ ਬੈਠੇ, ਉਹ ਤਖਤ ਖਤਮ ਹੋ ਗਏ ਜੀ। ਦੁਨਿਆਵੀ ਤਖਤ ਜਿਹੜੇ ਨੇ ਉਹ ਸਮੇਂ ਦੇ ਨਾਲ ਬਾਦਸ਼ਾਹ ਦੇ ਨਾਲ ਹੀ ਖਤਮ ਹੋ ਜਾਂਦੇ ਨੇ। ਤੇ ਇਹ ਅਕਾਲ ਦਾ ਤਖਤ ਸਤਿਗੁਰ ਮਹਾਰਾਜ ਕਹਿੰਦੇ ਅਸੀਂ ਸਿੱਖਾਂ ਨੂੰ ਐਸਾ ਤਖਤ ਦੇ ਕੇ ਜਾਵਾਂਗੇ ਕਿ ਜਿਹੜਾ ਰਹਿੰਦੀ ਦੁਨੀਆ ਤੱਕ ਰਹੇਗਾ। ਇਹ ਤਖਤ ਕਦੀ ਖਤਮ ਨਹੀਂ ਹੋਏਗਾ, ਭਾਵੇਂ ਲੋਕਾਂ ਨੇ ਯਤਨ ਕੀਤੇ। ਇੰਦਰਾ ਗਾਂਧੀ ਵੱਲੋਂ ਫੌਜ ਚੜਾਈ ਜਾਂਦੀ ਹੈ, ਹਰਿਮੰਦਰ ਸਾਹਿਬ ਦੇ ਉੱਪਰ ਅਕਾਲ ਤਖਤ ਢਹਿ ਢੇਰੀ ਕੀਤਾ ਜਾਂਦਾ ਹੈ। ਇੰਦਰਾ ਦਾ ਤਖਤ ਤਾਂ ਢਹਿ ਗਿਆ, ਉਹ ਤੇ ਖਤਮ ਹੋ ਗਿਆ, ਪਰ ਅਕਾਲ ਤਖਤ ਬਿਲਕੁਲ ਉਸੇ ਤਰ੍ਹਾਂ ਹੈ। ਅੱਜ ਵੀ ਸਿੱਖ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਤੇ ਅਕਾਲ ਤਖਤ ਦੇ ਸਿਜਦਾ ਕਰਦੇ ਸੀ, ਅੱਜ ਵੀ ਉਸ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਸਿੱਖਾਂ ਦੀ ਗਿਣਤੀ ਆ। ਤੇ ਅੱਜ ਵੀ ਉਸੇ ਗਿਣਤੀ ਦੇ ਵਿੱਚ ਸਿੱਖ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਸਿਰ ਝੁਕਾਉਂਦੇ ਨੇ। ਤੇ ਮਹਾਰਾਜ ਨੇ ਇਹ ਵੀ ਸਿੱਖਾਂ ਨੂੰ ਹੁਕਮ ਕੀਤਾ ਸੀ ਕਿ ਲੜਾਈ ਝਗੜਾ ਕਰਨਾ ਨਹੀਂ। ਜੇ ਕਿਤੇ ਤੁਹਾਡਾ ਕੋਈ ਝਗੜਾ ਹੁੰਦਾ ਹੈ ਉਹ ਆਪਸ ਦੇ ਵਿੱਚ ਨਿਬੇੜੋ, ਜੇ ਨਾ ਨਿਬੜੇ ਤੇ ਉਹਨੂੰ ਅਕਾਲ ਤਖਤ ਸਾਹਿਬ ਤੇ ਲੈ ਕੇ ਆਉਣਾ, ਇੱਥੇ ਫੈਸਲਾ ਕੀਤਾ ਜਾਏਗਾ। ਇਹ ਨਹੀਂ ਕਿ ਤੁਸੀਂ ਆਪਣੇ ਝਗੜੇ ਜਿਹੜੇ ਨੇ ਉਹ ਕਿਸੇ ਸਰਕਾਰੀ ਦਰਬਾਰੇ ਲੈ ਕੇ ਜਾਓ। ਸੋ ਅੱਜ ਵੀ ਕੋਈ ਵੀ ਧਾਰਮਿਕ ਮਸਲਾ ਹੁੰਦਾ ਹੈ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਕੋਈ ਪਹੁੰਚ ਕਰਦਾ ਹੈ ਤੇ ਉਸ ਮਸਲੇ ਨੂੰ ਅੱਜ ਵੀ ਉਸੇ ਰਵਾਇਤਾਂ ਅਨੁਸਾਰ ਕਿ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਹੁਕਮ ਸੀ ਕਿ ਧਾਰਮਿਕ ਮਸਲੇ ਜਿਹੜੇ ਨੇ ਉਹ ਇੱਥੇ ਜ਼ਰੂਰ ਵਿਚਾਰੇ ਜਾਣੇ ਚਾਹੀਦੇ ਨੇ, ਅੱਜ ਵੀ ਉਹ ਰਵਾਇਤਾਂ ਜਿਹੜੀਆਂ ਨੇ ਬਿਲਕੁਲ ਹੂਬਹੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਜੀ। ਸੋ ਬਿਲਕੁਲ ਸੰਗਤਾਂ ਨੂੰ ਬਹੁਤ ਹੀ ਸੁੰਦਰ ਵਿਚਾਰਾਂ ਦੀ ਸਾਂਝ ਪਾ ਕੇ ਇਤਿਹਾਸ ਤੋਂ ਤੁਸੀਂ ਜਾਣੂ ਕਰਵਾਇਆ ਆ। ਆਪਣੇ ਕੋਲ ਲਗਭਗ ਸਮਾਂ ਜਿਹੜਾ ਆ 1-1.5 ਮਿੰਟ ਦਾ ਰਹਿ ਗਿਆ ਆ। ਗੁਰੂ ਸਾਹਿਬ ਦੀਆਂ ਜੰਗਾਂ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਕਾਰਜਾਂ ਦੀ ਗੱਲ ਕਰੀਏ
ਤਾਂ ਇੰਨੇ ਕੁ ਸਮੇਂ ਦੇ ਵਿੱਚ ਜਿਹੜਾ ਆ ਉਹ ਸੰਖੇਪ ਦੇ ਵਿੱਚ ਸੰਗਤਾਂ ਨੂੰ ਜਾਣੂ ਕਰਵਾਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਬਾਰੇ ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਵੱਡ ਯੋਧਾ ਬਹੁ ਪਰਉਪਕਾਰੀ। ਜੀ ਗੁਰੂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਯੋਧੇ ਬਹੁਤ ਵੱਡੇ ਨੇ। ਜੀ ਮਹਾਰਾਜ ਜੇਕਰ ਜੰਗ ਕਰਦੇ ਨੇ ਤੇ ਮੀਰੀ ਤੇ ਪੀਰੀ ਦੀਆਂ ਦੋਨੋਂ ਤਲਵਾਰਾਂ ਪਹਿਨ ਕੇ ਕਰਦੇ ਆ, ਜੀ ਪਰ ਮੀਰੀ ਦੀ ਤਲਵਾਰ ਦੇ ਨਾਲ ਸਤਿਗੁਰੂ ਮਹਾਰਾਜ ਜੰਗ ਦੇ ਵਿੱਚ ਜਿਹੜਾ ਸੀ ਸ਼ਸਤਰ ਜਿਹੜਾ ਉਹਨੂੰ ਚਲਾਉਂਦੇ ਨੇ। ਜੇਕਰ ਇੱਕ ਇਤਿਹਾਸ 'ਚ ਘਟਨਾ ਮਿਲਦੀ ਹੈ ਕਿ ਸ਼੍ਰੀ ਹਰਗੋਬਿੰਦਪੁਰ ਉੱਥੇ ਜੰਗ ਜਦੋਂ ਹੋਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੀਰੀ ਦੀ ਤਲਵਾਰ ਉੱਥੇ ਟੁੱਟੀ। ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਸਰੀ ਤਲਵਾਰ ਕੱਢ ਕੇ ਨਹੀਂ ਦੁਸ਼ਮਣ ਨੂੰ ਮਾਰਿਆ, ਸਾਹਮਣੇ ਜਿਹੜਾ ਮਹਾਰਾਜ ਜੀ ਦੇ ਨਾਲ ਲੜਨ ਵਾਲਾ ਹੈ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਇੰਨੇ ਬਲਸ਼ਾਲੀ ਨੇ, ਵੱਡ ਯੋਧਾ ਬਹੁ ਪਰਉਪਕਾਰੀ, ਯੋਧੇ ਬਹੁਤ ਵੱਡੇ ਨੇ, ਜੀ ਬਲਸ਼ਾਲੀ ਬਹੁਤ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਤੇ ਉਸ ਸਾਹਮਣੇ ਜਿਹੜਾ ਲੜਨ ਵਾਲਾ ਪਠਾਨ ਸੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਚੁੱਕ ਕਰਕੇ ਜਿਹੜਾ ਸੀ ਪਟਕਾ ਕੇ ਧਰਤੀ ਤੇ ਮਾਰਿਆ, ਜਿੰਦੇ ਕਰਕੇ ਉਹਦੀ ਫਿਰ ਬਾਅਦ ਵਿੱਚ ਮੌਤ ਹੋਈ। ਜੀ ਸੋ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਨੇ ਉਹ ਵੱਡੇ ਯੋਧੇ ਨੇ। ਉਹਨਾਂ ਨੇ ਇਤਿਹਾਸਕਾਰ ਕਹਿੰਦੇ ਨੇ ਕਿ 4 ਜੰਗਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲੜੀਆਂ, ਉਹ ਚਾਰੇ ਜੰਗਾਂ ਜਿੱਤੀਆਂ। ਕੁਝ ਵਿਦਵਾਨਾਂ ਦੇ ਖਿਆਲ ਅੱਗੇ ਜਿਵੇਂ ਜਿਵੇਂ ਖੋਜ ਚੱਲਦੀ, ਹੁਣ ਖੋਜ ਦੇ ਮੁਤਾਬਕ ਕੁਝ ਕਹਿ ਰਹੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ 6 ਜੰਗਾਂ ਵੀ ਲੜੀਆਂ ਨੇ। ਜੀ ਸੋ ਜਿਵੇਂ ਇਤਿਹਾਸ ਖੋਜਿਆ ਜਾਂਦਾ ਤਿਉਂ-ਤਿਉਂ ਕੁਝ ਨਾ ਕੁਝ ਨਵਾਂ ਜਿਹੜਾ ਹੈ ਉਹ ਸੰਗਤਾਂ ਤੱਕ ਪਹੁੰਚਦਾ ਹੈ। ਸੋ ਅੱਜ ਤੱਕ ਰਵਾਇਤਾਂ ਅਨੁਸਾਰ ਮਹਾਰਾਜ 4 ਜੰਗਾਂ ਲੜਦੇ ਨੇ ਤੇ ਚਾਰੇ ਜੰਗਾਂ ਸੱਚੇ ਪਾਤਸ਼ਾਹ ਮਹਾਰਾਜ ਜਿੱਤਦੇ ਨੇ। ਪਰਉਪਕਾਰੀ ਇੰਨੇ ਆ ਕਿ ਜੇਕਰ ਜੰਗ ਦੇ ਵਿੱਚ ਵੀ ਲੜਦੇ ਹੋਏ ਸਾਹਮਣੇ ਕੋਈ ਡਿੱਗਿਆ ਪਿਆ ਤੇ ਪੈਂਦੇ ਖਾਂ ਮਹਾਰਾਜ ਨੇ ਹੱਥੀਂ ਪਾਲਿਆ। ਸਤਿਗੁਰੂ ਮਹਾਰਾਜ ਨਾਲ ਯੁੱਧ ਕਰਨ ਵਾਸਤੇ ਆਇਆ ਜੀ ਤੇ ਅੰਤਮ ਸਮਾਂ ਜਦੋਂ ਆਉਂਦਾ ਸੀ ਮਹਾਰਾਜ ਉਹਨੂੰ ਭਾਵੇਂ ਲੜਨ ਵਾਸਤੇ ਆਇਆ ਸੀ, ਅਖੀਰਲੇ ਸਾਵਾਂ ਤੇ ਮਹਾਰਾਜ ਉਹਨੂੰ ਢਾਲ ਦੀ ਛਾਂ ਕਰਦੇ ਪਏ ਨੇ। ਜੀ ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਇਹ ਵਿਲੱਖਣਤਾ ਹੈ, ਪਰਉਪਕਾਰ ਹੈ ਜੀ ਕਿ ਜੇ ਪਰਉਪਕਾਰ ਕਰਨ ਵਾਸਤੇ ਆਉਂਦੇ ਨੇ ਤੇ ਆਪਣੇ ਆਪ ਨੂੰ ਜੇਲ੍ਹ ਵਿੱਚ ਪਾ ਦਿੰਦੇ ਨੇ। 52 ਰਾਜੇ ਜਿਹੜੇ ਨੇ ਉਹ ਗਵਾਲੀਅਰ ਦੇ ਕਿਲ੍ਹੇ 'ਚ ਛੁਡਾ ਕੇ ਲੈ ਆਉਂਦੇ ਨੇ। ਸੋ ਸੱਚੇ ਪਾਤਸ਼ਾਹ ਦਾ ਜੀਵਨ ਪਰਉਪਕਾਰ ਦੇ ਨਾਲ ਭਰਿਆ ਪਿਆ ਹੈ। ਜੀ ਸੋ ਬਿਲਕੁਲ ਅੱਜ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਦੇ ਉੱਤੇ ਅੱਜ ਦਾ ਇਹ ਖਾਸ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਵਿੱਚੋਂ ਲੈ ਕੇ ਹਾਜ਼ਰ ਹੋਏ ਤੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਸੋ ਪ੍ਰੋਗਰਾਮ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਜਾਣ ਕੇ ਭੁੱਲਾਂ ਨਾ ਚਿਤਾਰਨੀਆਂ। ਸੋ ਅੱਜ ਦੇ ਇਸ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਹੋਵਾਂਗੇ ਹਾਜ਼ਰ। ਇੱਥੇ ਹੀ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।